ਤਾਂ ਹਾਈਕਮਾਨ ਦੇ ਨਾਲ ਮੁਲਾਕਾਤ ਨਹੀਂ ਹੋ ਪਾਈ ਹੈ। ਸਮਾਂ ਮੰਗਿਆ ਗਿਆ ਸੀ ਕਿ ਸਰਾਈਆਂ ਕੱਲ ਜਿਵੇਂ ਰਵੀ ਨੇ ਦੱਸਿਆ ਕਿ ਪ੍ਰਿयंका ਗਾਂਧੀ ਦੇ ਨਾਲ ਮੁਲਾਕਾਤ ਦੀਆਂ ਵੀ ਸੀ ਸ਼ਾਮ ਵੇਲੇ, ਪਰ ਉਹ ਮੁਲਾਕਾਤ ਨਹੀਂ ਹੋ ਪਾਈ ਕਿਉਂਕਿ ਹਰੀਸ਼ ਰਾਵਤ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ। ਹਾਈਕਮਾਨ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਇਸ ਪੂਰੇ ਕਲੇਸ਼ ਨੂੰ ਸੁਲਝਾਉਣ ਦੇ ਲਈ। ਤਾਂ ਹਰੀਸ਼ ਰਾਵਤ ਆਪਣੀ ਡਿਊਟੀ ਨਿਭਾਉਂਦੇ ਹੋਏ ਵੀ ਪੂਰੀ ਤਰ੍ਹਾਂ ਬਖੂਬੀ ਨਜ਼ਰ ਆ ਰਹੇ ਨੇ ਕਿਉਂਕਿ ਹਰੀਸ਼ ਰਾਵਤ ਦੇ ਅੱਜ ਦੌਰੇ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਤੀਜਾ ਦਿਨ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਦੇ ਨੇ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਦੇ ਨੇ। ਪਰ ਇਸ ਸਭ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਕਮਸਾਨ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਜੋ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਕੈਪਟਨ ਨੇ ਰਾਵਤ ਨੂੰ ਕੈਬਨਿਟ 'ਚ ਫੇਰਬਦਲ ਦਾ ਪ੍ਰਸਤਾਵ ਸੌਂਪਿਆ ਹੈ। ਕੱਲ੍ਹ ਲੰਬੀ ਚੌੜੀ ਬੈਠਕ ਹੋਈ ਹੈ ਹਰੀਸ਼ ਰਾਵਤ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੇ ਇਸ ਬੈਠਕ ਦੇ ਵਿੱਚ ਪ੍ਰਸਤਾਵ ਸੌਂਪਿਆ ਗਿਆ ਹੈ ਕੈਬਨਿਟ ਫੇਰਬਦਲ ਦਾ। ਇੱਕ ਬੜੇ ਹੀ ਪੀਕ ਟਾਈਮ ਦੇ ਵਿੱਚ ਜਾਂ ਬੜੇ ਘੱਟ ਸਮੇਂ ਦੇ ਵਿੱਚ ਕੈਬਨਿਟ ਫੇਰਬਦਲ ਦਾ ਪ੍ਰਸਤਾਵ ਸੌਂਪਿਆ ਗਿਆ ਹੈ ਤੇ ਪ੍ਰਸਤਾਵ ਦੇ ਵਿੱਚ 2 ਮੰਤਰੀਆਂ ਦੀ ਛੁੱਟੀ ਦਾ ਜ਼ਿਕਰ ਹੈ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਾਵਤ ਨੇ ਮੰਤਰੀਆਂ ਨੂੰ ਹਟਾਉਣ ਦੇ ਪ੍ਰਸਤਾਵ ਤੇ ਇਤਰਾਜ਼ ਜਤਾਇਆ ਹੈ ਜਾਂ ਕਹਿ ਲਓ ਕਿ ਉਸ ਦੇ ਉੱਪਰ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਇਤਰਾਜ਼ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਹੀ ਢੰਗ ਨਾਲ ਚਲਾਉਣ ਦੇ ਲਈ ਬਦਲਾਵ ਬੇहद ਜ਼ਰੂਰੀ ਨੇ। ਤਾਂ ਹਰੀਸ਼ ਰਾਵਤ ਨੇ ਕਿਹਾ ਕਿ ਅਜਿਹੇ ਫੈਸਲੇ ਹਾਈਕਮਾਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੇ, ਉਹ ਵੀ ਖਾਸ ਤੌਰ ਤੇ ਅਜਿਹੇ ਸਮੇਂ ਦੇ ਵਿੱਚ ਜਦੋਂ ਚੋਣਾਂ ਸਿਰ ਤੇ ਹੋਣ ਤਾਂ ਅਜਿਹੇ ਦੇ ਵਿੱਚ ਤਾਂ ਖੁਦ ਬਗਾਵਤ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ ਜੇਕਰ ਅਸੀਂ ਅਜਿਹੀ ਕੋਈ ਕਾਰਵਾਈ ਕਰਦੇ ਹਾਂ। ਕੈਪਟਨ ਨੇ ਆਪਣੀ ਕਰੀਬੀ ਰਾਣਾ ਕੇਪੀ ਨੂੰ ਮੰਤਰੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ ਤੇ 2 ਮੰਤਰੀ ਮਾਝੇ ਦੇ ਉਹਨਾਂ ਦੀ ਛੁੱਟੀ ਦੀਆਂ ਚਰਚਾਵਾਂ ਹਾਲਾਂਕਿ ਚੱਲ ਤਾਂ ਲੰਬੇ ਸਮੇਂ ਤੋਂ ਰਹੀਆਂ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਹ ਜ਼ੋਰ ਇਸ ਲਈ ਫੜ ਗਈਆਂ ਨੇ ਕਿਉਂਕਿ ਬਗਾਵਤ ਦਾ ਝੰਡਾ ਕੈਬਨਿਟ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੁੱਕਿਆ ਹੋਇਆ ਹੈ। ਤਾਂ ਅਜਿਹੇ ਦੇ ਵਿੱਚ ਐਕਸ਼ਨ ਦੇ ਵਿੱਚ ਕੈਪਟਨ ਵੀ ਨਜ਼ਰ ਆ ਰਹੇ ਨੇ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਪੰਕਜ, ਕੈਪਟਨ ਅਮਰਿੰਦਰ ਸਿੰਘ ਜਿਹੜੇ ਹਮੇਸ਼ਾ ਇਸ ਗੱਲ ਦੇ ਲਈ ਜਾਣੇ ਜਾਂਦੇ ਨੇ ਕਿ ਬੜੇ ਮੈਚੁਰ ਲੀਡਰ ਨੇ, ਬੜੇ ਠੰਡੇ ਇੱਕ ਰਹਿ ਕੇ ਠਰਮੇ ਦੇ ਨਾਲ ਹਰ ਮਸਲੇ ਦਾ ਹੱਲ ਕਰਨ ਦੇ ਬਾਰੇ ਸੋਚਦੇ ਨੇ, ਚੁੱਪ ਰਹਿੰਦੇ ਨੇ, ਪਰ ਇਸ ਵਾਰ ਤਾਂ ਚੁੱਪੀ ਦੇ ਪਿੱਛੇ ਜਿਹੜਾ ਵੱਡਾ ਐਕਸ਼ਨ ਉਹਨਾਂ ਦਾ ਲੁਕਿਆ ਹੋਇਆ ਹੈ ਉਹ ਕਾਫੀ ਕੁਝ ਕਹਿ ਰਿਹਾ ਹੈ ਜਾਂ ਕਹਿ ਲਓ ਕਿ ਵੱਡੇ ਨੁਕਸਾਨ ਦੇ ਵੱਲ ਇਸ਼ਾਰਾ ਵੀ ਕਰ ਰਿਹਾ ਹੈ। ਹੁਣ ਹਰੀਸ਼ ਰਾਵਤ ਨੇ ਤਾਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਕਿ ਇਸ ਤਰੀਕੇ ਦੇ ਨਾਲ ਅਜਿਹਾ ਕਦਮ ਇਸ ਵੇਲੇ ਚੁੱਕਣਾ ਠੀਕ ਨਹੀਂ ਹੈ। ਫਿਲਹਾਲ ਕੀ ਕੁਝ ਜਾਣਕਾਰੀ ਹੈ, ਕੀ ਉਥਲ-ਪੁਥਲ ਕਾਂਗਰਸ ਦੇ ਵਿੱਚ ਚੱਲ ਰਹੀ ਹੈ? देखो हमारे सोर्सिस से जानकारी दे रहे हैं कि 4 मंत्री ਜਿਹੜੇ ਦੇਹਰਾਦੂਨ ਗਏ ਸੀਗੇ ਉਹਨਾਂ ਦੇ ਵਿੱਚੋਂ 2 ਮੰਤਰੀ ਅਜਿਹੇ ਨੇ ਜਿਨ੍ਹਾਂ ਦੀ ਪਰਫਾਰਮੈਂਸ ਹਰੀਸ਼ ਰਾਵਤ ਹੋਰਾਂ ਨੂੰ ਦਿੱਤੀ ਗਈ ਹੈ। ਮਾਝੇ ਦੇ ਉਹ 2 ਮੰਤਰੀ ਨੇ ਕਿ ਇਹਨਾਂ ਦੇ 4.5 ਸਾਲ ਦੇ ਕੰਮਕਾਰ ਦੇ ਵੀ ਮਾੜੀ ਪਰਫਾਰਮੈਂਸ ਜਿਹੜੀ ਹੋ ਰਹੀ ਹੈ ਔਰ ਇਸ ਵਜ੍ਹਾ ਕਰਕੇ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਣੀ ਚਾਹੀਦੀ, ਇਹਨਾਂ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਵਾ। ਇਹ ਤਸਵੀਰ ਵੀ ਜਿਹੜੀ ਸਾਹਮਣੇ ਆਈ ਹੈ ਕੈਪਟਨ ਅਮਰਿੰਦਰ ਸਿੰਘ ਹਰੀਸ਼ ਰਾਵਤ ਦੇ ਨਾਲ ਮਿਲ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਇੱਕ ਫਾਈਲ ਸੀਗੀ। ਉਸ ਫਾਈਲ ਦੇ ਵਿੱਚ ਪਰਫਾਰਮੈਂਸ ਦੱਸੀ ਗਈ ਕਿ ਇਹ 4 ਸਾਲਾਂ 'ਚ ਇਹ ਮੰਤਰੀਆਂ ਨੇ ਜ਼ਿਆਦਾ ਬਿਹਤਰ ਕੰਮ ਨਹੀਂ ਕੀਤਾ, ਇਸ ਕਰਕੇ ਪਰਫਾਰਮੈਂਸ ਦੇ ਆਧਾਰ ਤੇ 2 ਮੰਤਰੀਆਂ ਦੀ, ਮਾਝੇ ਦੇ 2 ਮੰਤਰੀ ਨੇ, ਉਹਨਾਂ ਦੀ ਛੁੱਟੀ ਕਰ ਦਿੱਤੀ ਜਾਣੀ ਚਾਹੀਦੀ ਹੈ। ਲੇਕਿਨ ਜੋ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਹਰੀਸ਼ ਰਾਵਤ ਹੋਰਾਂ ਨੇ ਤਰਕ ਦਿੱਤਾ ਹੈ ਕਿ ਚੋਣਾਂ 'ਚ ਬੇहद ਘੱਟ ਸਮਾਂ ਬਚਿਆ ਔਰ ਇੱਥੇ ਮਸਲਾ ਸੁਲਝਾਉਣਾ ਵਾ ਨਾ ਕਿ ਮਸਲਾ ਵਧਾਉਣਾ ਵਾ ਔਰ ਅਗਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਹੋਰ ਕਲੇਸ਼ ਜਿਹੜਾ ਉਹ ਵਧੇਗਾ। ਟਾਈਮਿੰਗ ਨੂੰ ਲੈ ਕੇ ਸਵਾਲ ਹਰੀਸ਼ ਰਾਵਤ ਹੋਰਾਂ ਨੇ ਚੁੱਕੇ ਨੇ। ਨਾਲ ਹੀ ਨਾਲ ਇਹ ਵੀ ਕਿਹਾ ਕਿ ਪਾਰਟੀ ਵਾਲਾ ਕਮਾਨ ਦੇ ਸਾਹਮਣੇ ਇਹ ਗੱਲ ਰੱਖੀ ਜਾਏਗੀ ਕਿ ਇਸ ਵੇਲੇ ਇਸ ਮੌਕੇ ਤੇ ਜਦੋਂ ਚੋਣਾਂ 'ਚ ਬੇहद ਘੱਟ ਸਮਾਂ ਬਚਿਆ ਉਦੋਂ ਕੀ 2 ਮੰਤਰੀ ਹਟਾਏ ਜਾ ਸਕਦੇ ਆ ਔਰ ਉਹਨਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ। ਲੇਕਿਨ ਇਸ ਦੇ ਨਾਲ ਨਾਲ ਰਾਣਾ ਕੇਪੀ ਜੋ ਇਸ ਵੇਲੇ ਸਪੀਕਰ ਨੇ ਉਹਨਾਂ ਨੂੰ ਮੰਤਰੀ ਬਣਾਉਣ ਦਾ ਵੀ ਪ੍ਰਸਤਾਵ ਜਿਹੜਾ ਵੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਕਿਉਂਕਿ ਇਸ ਵੇਲੇ ਕੈਬਨਿਟ ਦੇ ਵਿੱਚ ਇੱਕ ਥਾਂ ਖਾਲੀ ਪਈ ਹੋਈ ਹੈ। ਉਹ ਖਾਲੀ ਥਾਂ ਪਾਵਰ ਮੰਤਰੀ ਦੀ ਹੈ। ਪਾਵਰ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤਾ ਸੀ, ਉਹਨਾਂ ਨੇ ਉਸ ਵੇਲੇ ਲਿੱਤਾ ਨਹੀਂ, ਅੱਜ ਤੋਂ 2 ਸਾਲ ਪਹਿਲਾਂ, ਔਰ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ। ਤਾਂ ਅਜਿਹੇ 'ਚ ਅਗਰ ਮਾਝੇ ਤੋਂ 2 ਮੰਤਰੀਆਂ ਦੀ ਛੁੱਟੀ ਹੁੰਦੀ ਹੈ ਤਾਂ ਮਾਝੇ ਤੋਂ ਇੱਕ ਮੰਤਰੀ ਦੀ ਐਂਟਰੀ ਵੀ ਕੈਬਨਿਟ ਦੇ ਵਿੱਚ ਹੋ ਸਕਦੀ ਹੈ, ਦੁਆਬੇ 'ਚ ਤੋਂ ਵੀ ਇੱਕ ਮੰਤਰੀ ਦੀ ਐਂਟਰੀ ਹੋ ਸਕਦੀ ਹੈ ਔਰ ਰਾਣਾ ਕੇਪੀ ਹੋਰਾਂ ਦੀ ਵੀ ਐਂਟਰੀ ਹੋ ਸਕਦੀ ਹੈ ਅਗਰ ਹਾਈਕਮਾਨ ਮਨਜ਼ੂਰੀ ਦਿੰਦਾ ਹੈ। ਲੇਕਿਨ ਹਾਈਕਮਾਨ ਜਾਂ ਫਿਰ ਇਹ ਕਹੀਏ ਕਿ ਹਰੀਸ਼ ਰਾਵਤ ਬੜੀ ਹੈਰਾਨੀ ਦੀ ਗੱਲ ਹੋ ਜਾਂਦੀ ਹੈ ਕਿ ਜਿਹੜੀ ਗੱਲ ਸ਼ਾਇਦ ਪੰਜਾਬ ਦੇ ਲੋਕ ਜਾਂ ਆਮ ਲੋਕ ਜਿਹੜੇ ਸਿਆਸਤ ਤੋਂ ਪਰੇ ਹੁੰਦੇ ਨੇ ਬੜੀ ਆਸਾਨੀ ਦੇ ਨਾਲ ਸਮਝਦੇ ਨੇ ਕਿ ਉਹ ਗੱਲ ਸਮਝ ਆ ਨਹੀਂ ਰਹੀ, ਕੈਪਟਨ ਅਮਰਿੰਦਰ ਸਿੰਘ ਨੂੰ ਦਿਖ ਨਹੀਂ ਰਿਹਾ ਜਾਂ ਫਿਰ ਉਹ ਜਾਣਬੁੱਝ ਕੇ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਹਰ ਮੰਤਰੀ ਦਾ ਇੱਕ ਖੇਮਾ ਹੁੰਦਾ ਹੈ। ਤੁਸੀਂ ਵੀ ਜਾਣਦੇ ਹੋ ਜੇਕਰ ਇੱਕ ਮੰਤਰੀ ਦੀ ਛੁੱਟੀ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਇੱਕ ਮੰਤਰੀ ਨੂੰ ਹੀ ਬਾਹਰ ਕੀਤਾ ਜਾ ਰਿਹਾ, ਉਸਦਾ ਆਪਣਾ ਖੇਮਾ ਹੁੰਦਾ ਹੈ ਜੋ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦਾ ਹੈ ਤੇ ਉਹ ਪ੍ਰਭਾਵ ਸਿੱਧੇ ਤੌਰ ਤੇ ਕਾਂਗਰਸ ਨੂੰ ਚੋਣਾਂ ਦੇ ਵਿੱਚ ਪਵੇਗਾ ਜਦੋਂ ਸਿਰਫ 4 ਮਹੀਨੇ ਰਹਿਣ। ਤਾਂ ਅਜਿਹੇ ਦੇ ਵਿੱਚ ਕੋਈ ਨਵੇਂ ਮੰਤਰੀ ਜਿਨ੍ਹਾਂ ਨੂੰ ਐਡ ਕਰਨ ਦੀ ਵੀ ਗੱਲ ਹੋਵੇਗੀ ਤਾਂ ਉਹਨਾਂ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਐਕਸਾਈਟਮੈਂਟ ਜਾਂ ਖੁਸ਼ੀ ਨਹੀਂ ਹੁੰਦੀ ਕਿ ਸਿਰਫ 4 ਮਹੀਨਿਆਂ ਦੇ ਲਈ ਮੰਤਰਾਲਾ ਮਿਲਿਆ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਤਾਂ ਇਹ ਗੱਲ ਕਾਂਗਰਸ ਕੀ ਦੇਖਣਾ ਨਹੀਂ ਚਾਹ ਰਹੀ ਕਿਉਂਕਿ ਨੁਕਸਾਨ ਤਾਂ ਸਿੱਧੇ ਤੌਰ ਤੇ ਸਾਫ਼ ਤੌਰ ਤੇ ਸ਼ੀਸ਼ੇ ਵਾਂਗ ਨਜ਼ਰ ਆ ਰਿਹਾ ਹੈ।
ਦੇਖੋ ਮੰਤਰਾਲਾ ਦਾ ਚਾਹੇ 1 ਮਹੀਨੇ ਲਈ ਮਿਲ ਜੇ, ਉਸ ਦੇ ਨਾਲ ਫਿਰ ਜਦੋਂ ਚੋਣਾਂ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ ਮੰਤਰੀ ਸੀਗੇ ਤਾਂ ਮੰਤਰਾਲੇ ਵਿੱਚ ਆਉਣ ਦੇ ਲਈ, ਮੰਤਰੀ ਮੰਡਲ 'ਚ ਆਉਣ ਲਈ ਤਾਂ ਪੂਰੀ ਕਸ਼ਮਕਸ਼ ਚੱਲ ਰਹੀ ਹੈ। ਮਾਝੇ ਤੋਂ 1 ਲੀਡਰ ਦੀ ਚੱਲ ਰਹੀ ਹੈ, ਦੁਆਬੇ ਤੋਂ 2 ਲੀਡਰਾਂ ਦੀ ਚੱਲ ਰਹੀ ਹੈ, ਇੱਕ ਟੈਗ ਲੱਗ ਜਾਂਦਾ ਹੈ ਕਿ ਇਹ ਮੰਤਰੀ ਨੇ ਔਰ ਚੋਣਾਂ 'ਚ ਸਿੱਧਾ ਤੌਰ ਤੇ ਫਾਇਦਾ ਹੁੰਦਾ ਹੈ। ਲੇਕਿਨ ਜਿਹੜਾ ਮੰਤਰੀ ਮੰਡਲ ਤੋਂ ਬਾਹਰ ਹੁੰਦਾ ਹੈ, ਉਸ ਦੇ ਲਈ ਇਹ ਸੁਸਾਈਡ ਜ਼ਰੂਰ ਹੁੰਦਾ ਹੈ ਕਿ ਭਾਈ ਤੁਹਾਡੀ ਪਰਫਾਰਮੈਂਸ ਮਾੜੀ ਸੀਗੀ, ਤੁਹਾਨੂੰ ਤਾਂ ਕੈਬਨਿਟ 'ਚ ਨਹੀਂ ਰੱਖਿਆ ਗਿਆ ਤਾਂ ਵੋਟਾਂ ਕਿਉਂ ਪਾਈਏ। ਇਹ ਉਸ ਦੇ ਲਈ ਇੱਕ ਵੱਡਾ ਨੁਕਸਾਨ, ਵੱਡਾ ਘਾਤਕ ਸਾਬਤ ਹੋਏਗਾ। ਇਸੇ ਗੱਲ ਨੂੰ ਹਰੀਸ਼ ਰਾਵਤ ਹੋਰਾਂ ਨੇ ਆਧਾਰ ਬਣਾਇਆ ਹੋਇਆ। ਤਾਂ ਅਜਿਹੇ 'ਚ ਕਿਸ ਤਰੀਕੇ ਦੇ ਨਾਲ ਕਿ ਮੰਤਰੀ ਮੰਡਲ 'ਚ ਬਦਲਾਅ ਹੋਏਗਾ ਜਾਂ ਨਹੀਂ ਹੋਏਗਾ, ਇਹ ਕਾਂਗਰਸ ਹੈ। ਕਾਂਗਰਸ ਦੇ ਵਿੱਚ ਮੰਤਰੀ 4 ਮੰਤਰੀ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਦੇਹਰਾਦੂਨ ਪਹੁੰਚ ਗਏ। ਉਸ ਤੋਂ ਬਾਅਦ ਜਦੋਂ ਵਾਪਸ ਪਰਤੇ ਤਾਂ ਮੁੱਖ ਮੰਤਰੀ ਨੇ 2 ਮੰਤਰੀਆਂ ਦੀ ਛੁੱਟੀ ਕਰਨ ਦੀ ਗੱਲ ਕਰਤੀ। ਇਹ ਕਾਂਗਰਸ ਹੈ। ਇੱਥੇ ਕਿਹਾ ਜਾਂਦਾ ਹੈ ਕਿ ਲੋਕਤੰਤਰ 'ਚ ਹਰ ਕੋਈ ਆਪਣੀ ਤਰੀਕੇ ਦੇ ਨਾਲ ਗੱਲ ਹਾਈ ਕਮਾਂਡ ਦੇ ਸਾਹਮਣੇ ਰੱਖਦਾ ਹੈ, ਲੇਕਿਨ ਹਾਈ ਕਮਾਂਡ ਨੇ ਤੈਅ ਕਰਨਾ ਹੈ ਕਿ ਇਸ ਨਾਜ਼ੁਕ ਸਥਿਤੀ ਦੇ ਵਿੱਚ ਕੋਈ ਫੈਸਲਾ ਅਜਿਹਾ ਲੈਣਾ ਹੈ ਜਾਂ ਨਹੀਂ ਲੈਣਾ। ਔਰ ਹਰੀਸ਼ ਰਾਵਤ ਹੋਰਾਂ ਨੇ ਇਸੇ ਕਰਕੇ ਕੱਲ ਇਨਕਾਰ ਕੀਤਾ ਸੀਗਾ ਕਿ ਇਸ ਤਰੀਕੇ ਨਾਲ 2 ਮੰਤਰੀਆਂ ਦੀ ਛੁੱਟੀ ਜਿਹੜੀ ਆ ਉਹ ਨਹੀਂ ਇਸ ਵੇਲੇ ਇਸ ਸਿਚੁਏਸ਼ਨ 'ਚ ਕੀਤੀ ਜਾ ਸਕਦੀ ਹੈ। ਬੇहद ਖਤਰਨਾਕ ਸਾਬਤ ਹੋ ਸਕਦਾ ਹੈ। ਸੋਰਸਿਸ ਜਾਣਕਾਰੀ ਦੇ ਰਹੇ ਨੇ। ਅੰਮ੍ਰਿਤ ਬਿਲਕੁਲ ਪੰਕਜ, ਕਿਉਂਕਿ ਗੱਲ ਤਾਂ ਟਾਈਮਿੰਗ ਦੇ ਉੱਪਰ ਖੜੇ ਹੁੰਦੇ ਨੇ। 4.5 ਸਾਲ ਬਾਅਦ ਭਾਵੇਂ ਬਾਗੀ ਕੈਪਟਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਨ ਜਾਂ ਕੈਪਟਨ ਕਿਸੇ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਨ, ਤਾਂ ਸਵਾਲ ਵੱਡਾ ਇਹੀ ਹੁੰਦਾ ਹੈ ਕਿ 4.5 ਸਾਲ ਤੱਕ ਆਖਿਰਕਾਰ ਦੋਵਾਂ ਵੱਲੋਂ ਇੱਕ ਦੂਜੇ ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ, ਨਾ ਕੈਪਟਨ ਵੱਲੋਂ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਨਾ ਮੰਤਰੀਆਂ ਵੱਲੋਂ ਕੈਪਟਨ ਦੀ ਕਾਰਗੁਜ਼ਾਰੀ ਤੇ। ਫਿਲਹਾਲ ਪੰਕਜ ਤੁਸੀਂ ਬਣੇ ਰਹੋ, ਅਗਲੀ ਖਬਰ ਤੇ ਫਿਰ ਤੋਂ ਤੁਹਾਡਾ ਰੁਖ ਕਰਦੇ ਹਾਂ। ਪਰ ਦੱਸ ਦਈਏ ਦਰਸ਼ਕਾਂ ਨੂੰ ਕਿ ਜਿਸ ਤਰੀਕੇ ਦੀ ਕਸ਼ਮਕਸ਼ ਕਾਂਗਰਸ ਦੇ ਵਿੱਚ ਬਗਾਵਤ ਇਸ ਵੇਲੇ ਚੱਲ ਰਹੀ ਹੈ, ਉਹ ਘਮਸਾਨ ਲਗਾਤਾਰ ਹੋਰ ਗਹਿਰਾਉਂਦਾ ਜਾ ਰਿਹਾ ਹੈ। ਬਾਗੀ ਮੰਤਰੀਆਂ ਦੇ ਬਾਰੇ ਹਰੀਸ਼ ਰਾਵਤ ਨੂੰ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਤਾਵ ਸੌਂਪਿਆ ਹੈ। 2 ਮੰਤਰੀਆਂ ਦੀ ਛੁੱਟੀ ਕਰਨ ਦੀ ਗੱਲ ਆਖੀ ਹੈ, ਪਰ ਹਰੀਸ਼ ਰਾਵਤ ਇਸ ਦੇ ਨਾਲ ਇਤਫਾਕ ਰੱਖਦੇ ਨਜ਼ਰ ਨਹੀਂ ਆ ਰਹੇ, ਕਿਉਂਕਿ ਹਰੀਸ਼ ਰਾਵਤ ਇਹ ਸਮਝਦੇ ਨੇ ਚੰਗੀ ਤਰ੍ਹਾਂ ਕਿ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਸਟੈਪ ਚੁੱਕਿਆ ਤਾਂ ਸਿੱਧੇ ਤੌਰ ਤੇ ਇੱਕ ਵੱਡਾ ਨੁਕਸਾਨ ਕਾਂਗਰਸ ਨੂੰ ਹੋਵੇਗਾ। ਫਿਲਹਾਲ ਚੁਣੌਤੀਆਂ ਹਾਈਕਮਾਂਡ ਦੇ ਅੱਗੇ ਦਿਨ ਬ ਦਿਨ ਲਗਾਤਾਰ ਹੋਰ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਕਿ ਆਖਿਰਕਾਰ ਸੁਲ੍ਹਾ ਕਿਸ ਤਰ੍ਹਾਂ ਕਰਵਾਈ ਜਾਵੇ। ਇੱਥੇ ਤਾਂ ਲਗਾਤਾਰ ਇੱਕ ਦੂਜੇ ਦੇ ਖਿਲਾਫ ਬਗਾਵਤ ਸਿਖਰਾਂ ਤੇ ਪਹੁੰਚੀ ਹੋਈ ਹੈ। ਤਾਂ ਬਾਗੀ ਮੰਤਰੀਆਂ ਦੇ ਬਾਰੇ ਕੱਲ ਜਦੋਂ ਹਰੀਸ਼ ਰਾਵਤ ਨੂੰ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕੁਝ ਵੀ ਬੋਲਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਹਰੀਸ਼ ਰਾਵਤ ਇਹ ਦਾਅਵਾ ਜ਼ਰੂਰ ਬਾਰ-ਬਾਰ ਕਰਦੇ ਨੇ ਕਾਂਗਰਸ ਜੋ ਹੈ ਉਹ ਇੱਕ ਹੈ, कांग्रेस जो है वो मिलकर सारी इकट्ठे काम करेगी। क्या लगता है कि ये जो विवाद जो चल रहा था जल्द ठीक हो जाएगा सर? अब हम कोशिश में हैं, क्योंकि ये केवल व्यक्तिगत विवाद नहीं है, ये इशू बेस्ड भी विवाद है, तो इश्यूज को भी हल किया जाए। राजेंद्र बाजवा, सुखविंदर रंधावा मुख्य चेहरा लीडरशिप बदलने की बात कर रहे थे, कोई लीडरशिप बदली जाएगी या यही लीडरशिप 2022 में? देखिए, हमारी पार्टी के अंदर कुछ प्रोसीजर है और मैं एक बात आपसे कहना चाहता हूँ कि मैं अपनी पार्टी के लोगों से मीडिया के माध्यम से वो नहीं करता, उनके बातचीत नहीं करता। यदि उन्होंने कुछ कहा है तो मुझसे कहा है, और जो मुझसे कहा है वो लीडरशिप के सामने बातें साफ हैं, वो उनके सामने रखी गई हैं। मुख्यमंत्री के चेहरे को लेकर ज्यादा विवाद है, वो मेरे को लेकर जिस तरह से प्रगट सिंह ने भी बोला था। देखिए, हमारी पार्टी के अंदर कुछ परंपराएं हैं, हम उसी परंपरा के अनुसार चीजें